ਜੇਕਰ ਤੁਸੀਂ ਆਈਸੀ ਨੰਦਾ ਦੇ ਜੀਵਨ ਬਾਰੇ ਜਾਣਨਾ ਚਾਹੁੰਦੇ ਹੋ, ਜੇਕਰ ਤੁਸੀਂ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੇ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕੀਤੇ ਨਾਟਕਾਂ ਬਾਰੇ ਜਾਣਨਾ ਚਾਹੁੰਦੇ ਹੋ, ਜੇਕਰ ਤੁਸੀਂ ਆਈਸੀ ਨੰਦਾ ਵੱਲੋਂ ਪੰਜਾਬੀ ਵਿੱਚ ਲਿਖੇ ਇਕਾਂਗੀ ਸੰਗ੍ਰਹਿਾਂ, ਉਹਨਾਂ ਦੇ ਇਕਾਂਗੀਆਂ ਤੇ ਪੂਰੇ ਨਾਟਕਾਂ ਦਾ ਵੇਰਵਾ ਲੈਣਾ ਚਾਹੁੰਦੇ ਹੋ ਤਾਂ ਇਹ ਲੈਕਚਰ ਪੂਰੇ ਦਾ ਪੂਰਾ ਦੇਖੋ, ਤੁਹਾਡੇ ਵਾਸਤੇ ਹੀ ਆ। ਸਤਿ ਸ੍ਰੀ ਅਕਾਲ। LDD TV ਦੇਖ ਰਹੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਵਾਗਤ। ਮੈਂ ਪ੍ਰੋਫੈਸਰ ਜਸਵੀਰ ਸਿੰਘ ਤੇ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਜੋ ਵੱਖ-ਵੱਖ ਜੌਬ ਓਰੀਐਂਟਲ ਪੇਪਰ ਹੁੰਦੇ ਆ ਉਹਨਾਂ ਦੀ ਤਿਆਰੀ ਕਰ ਰਹੇ ਹਾਂ। ਤੇ ਅੱਜ ਆਪਾਂ ਪੰਜਾਬੀ ਨਾਟਕ ਤੇ ਨਾਟਕਕਾਰ, ਇਹ ਆਪਣਾ 7ਵਾਂ ਲੈਕਚਰ ਆ ਜੀ ਪੰਜਾਬੀ ਨਾਟਕ ਨਾਲ ਸੰਬੰਧਿਤ। ਤੇ ਅੱਜ ਦੇ ਲੈਕਚਰ ਦੇ ਵਿੱਚ ਆਧੁਨਿਕ ਪੰਜਾਬੀ ਨਾਟਕ ਦੇ ਮੋਢੀ ਮੰਨੇ ਜਾਂਦੇ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀ ਰਚਨਾ ਬਾਰੇ। ਅਜੀਜ਼ ਪਿਆਰੇ ਵਿਦਿਆਰਥੀਓ, ਆਪਣਾ ਪਹਿਲਾ ਨੁਕਤਾ ਹੁੰਦਾ ਆ ਕਿ ਆਪਾਂ ਰੈਲੇਵੈਂਟ ਮਟੀਰੀਅਲ ਜਿਹੜਾ ਆ ਉਹ ਪ੍ਰੋਵਾਈਡ ਕਰਵਾ ਰਹੇ ਹਾਂ। ਆਪਣਾ ਦੂਜਾ ਨੁਕਤਾ ਹੁੰਦਾ ਆ ਕਿ ਉਹ ਸਾਰੇ ਦਾ ਸਾਰਾ ਮਟੀਰੀਅਲ ਵਿਦ ਰੈਫਰੈਂਸ ਤੁਹਾਡੇ ਤੱਕ ਪਹੁੰਚਦਾ ਕੀਤਾ ਜਾਵੇ। ਤੇ ਆਓ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਜਾਣੀਏ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਬਾਰੇ। ਪਹਿਲੀ ਗੱਲ ਤਾਂ ਇਹਨਾਂ ਦਾ ਜਨਮ 30 ਸਤੰਬਰ 1892 ਈਸਵੀ ਨੂੰ ਹੋਇਆ ਤੇ ਜਨਮ ਸਥਾਨ ਪਿੰਡ ਗਾਂਧੀਆਂ, ਜ਼ਿਲ੍ਹਾ ਗੁਰਦਾਸਪੁਰ ਦਾ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਪਿਤਾ ਜੀ ਦਾ ਨਾਮ ਭਗਤ ਭਾਗਮਲ ਜੀ, ਮਾਤਾ ਜੀ ਦਾ ਨਾਮ ਸ਼੍ਰੀਮਤੀ ਆਤਮਾ ਦੇਵੀ ਜੀ। ਤੇ ਆਈਸੀ ਨੰਦਾ ਜੀ ਦਾ ਵਿਆਹ ਜਿਹੜਾ ਹੋਇਆ ਸੀਗਾ, ਉਹਨਾਂ ਦੀ ਪਤਨੀ ਦਾ ਨਾਮ ਆ ਸ਼੍ਰੀਮਤੀ ਸ਼ਿਵ ਚੰਦਰਿਕਾ। ਤੇ ਪ੍ਰੋਫੈਸਰ ਆਈਸੀ ਨੰਦਾ ਦੇ 2 ਪੁੱਤਰ ਸੀਗੇ। ਉਹਨਾਂ ਦੀ ਸੰਤਾਨ ਜਿਹੜੀ ਆ, ਇੱਕ ਮੁੰਡੇ ਦਾ ਨਾਮ ਪ੍ਰੇਮ ਚੰਦਰ, ਦੂਜੇ ਦਾ ਨਾਮ ਜਗਦੀਸ਼ ਚੰਦਰ। ਠੀਕ ਹੈ ਜੀ। ਤੇ ਪ੍ਰੋਫੈਸਰ ਆਈਸੀ ਨੰਦਾ ਦੇ ਨਾਟਕ ਵੱਲ ਤੋਰਨ ਵਾਲੇ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲੇ, ਪ੍ਰੇਰਿਤ ਕਰਨ ਵਾਲੇ ਗੁਰੂ ਸ਼੍ਰੀਮਤੀ ਨੌਰਾ ਰਿਚਰਡਸ। ਨੋਟ ਕਰ ਲਵੋ, ਬਹੁਤ ਅਹਿਮ ਆ। ਇਸੇ ਤਰ੍ਹਾਂ ਹੀ ਪ੍ਰੋਫੈਸਰ ਆਈਸੀ ਨੰਦਾ ਦੇ ਸਮਕਾਲੀ ਭਾਈ ਵੀਰ ਸਿੰਘ ਜੀ ਆ, ਜੋ ਕਿ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਮੰਨੇ ਜਾਂਦੇ ਆ। ਠੀਕ ਹੈ ਜੀ। ਪ੍ਰੋਫੈਸਰ ਆਈਸੀ ਨੰਦਾ ਤੇ ਭਾਈ ਵੀਰ ਸਿੰਘ ਜੀ ਇੱਕੋ ਵੇਲੇ ਹੋਏ। ਜਦੋਂ ਪ੍ਰੋਫੈਸਰ ਆਈਸੀ ਨੰਦਾ ਜੀ ਬਚਪਨ ਵਿੱਚ ਸੀਗੇ ਤਾਂ ਉਹਨਾਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਬਚਪਨ ਦੀ ਜ਼ਿੰਦਗੀ ਬੜੀ ਦੁਸ਼ਵਾਰੀਆਂ, ਦੁੱਖਾਂ ਭਰੀ ਭੋਗੀ ਆ, ਕਿਉਂਕਿ ਉਹਨਾਂ ਦੇ ਮਾਤਾ ਜੀ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ। ਪਰ ਖਾਸੀਅਤ ਇਹ ਸੀ ਕਿ ਆਈਸੀ ਨੰਦਾ ਜੀ ਬਚਪਨ ਵਿੱਚ ਹੀ ਪੜ੍ਹਨ ਵੱਲ ਬੜੇ ਰੁਚਿਤ ਸੀਗੇ, ਬੜੇ ਹੁਸ਼ਿਆਰ ਸੀਗੇ ਤੇ ਉਹਨਾਂ ਨੇ ਆਪਣੀ ਬਹੁਤੀ ਪੜ੍ਹਾਈ ਵਜ਼ੀਫਾ ਲੈ ਕੇ, ਵਜ਼ੀਫਾ ਪ੍ਰਾਪਤ ਕਰਕੇ ਅਗਾਂਹ ਤੋਰੀ ਤੇ ਬੜੀਆਂ ਵੱਡੀਆਂ ਮੰਜ਼ਿਲਾਂ ਨੂੰ ਸਰ ਕੀਤਾ। ਮੈਟ੍ਰਿਕ ਦੀ ਪ੍ਰੀਖਿਆ ਗੌਰਮੈਂਟ ਹਾਈ ਸਕੂਲ ਗੁਰਦਾਸਪੁਰ ਤੋਂ ਵਜ਼ੀਫਾ ਜਿੱਤ ਕੇ ਪਾਸ ਕੀਤੀ ਸੀ ਆਈਸੀ ਨੰਦਾ ਨੇ। ਇਸੇ ਤਰ੍ਹਾਂ ਹੀ ਫਿਰ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਦਾਖਲਾ ਲਿਆ ਜਾ ਕੇ ਪ੍ਰੋਫੈਸਰ ਆਈਸੀ ਨੰਦਾ ਨੇ। ਤੇ ਆਈਸੀ ਨੰਦਾ ਦੇ ਦਿਆਲ ਸਿੰਘ ਕਾਲਜ ਲਾਹੌਰ ਪੜ੍ਹਨ ਦੇ ਸਾਲ ਹੀ ਸ਼੍ਰੀਮਤੀ ਨੌਰਾ ਰਿਚਰਡਸ ਆਪਦੇ ਪਤੀ PE ਰਿਚਰਡਸ ਨਾਲ, ਜਿਹੜਾ ਕਾਲਜ ਸੀਗਾ ਦਿਆਲ ਸਿੰਘ ਕਾਲਜ ਲਾਹੌਰ, ਇੱਥੇ ਆਈ ਕਿਉਂਕਿ ਉਹਨਾਂ ਦੀ ਅਪਾਇੰਟਮੈਂਟ ਇੱਥੋਂ ਦੀ ਹੋਈ ਸੀਗੀ। ਨੌਰਾ ਜੀ ਦੇ, ਕਿਉਂਕਿ ਨੌਰਾ ਰਿਚਰਡਸ ਦੇ ਪਤੀ ਜਿਹੜੇ ਨੇ ਉਹ ਦਿਆਲ ਕਾਲਜ ਦੇ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਨਿਯੁਕਤ ਹੋਏ ਸੀਗੇ। ਤੇ ਨੌਰਾ ਰਿਚਰਡ ਜਿਹੜੇ ਨੇ ਉਹ ਹੈ ਤਾਂ ਆਇਰਲੈਂਡ ਦੇ, ਪਰ ਉਹਨਾਂ ਨੇ ਡਰਾਮੇ, ਭਾਵ ਕਿ ਨਾਟਕ ਦੀ ਸਿੱਖਿਆ ਤੇ ਨਾਟਕ ਦੇ ਪਸਾਰ ਦੇ ਲਈ ਜੋ ਗਿਆਨ ਲਿਆ ਸੀਗਾ ਉਹ ਇੰਗਲੈਂਡ ਦੇ ਥੀਏਟਰ ਭਵਨ ਤੋਂ ਲਿਆ ਸੀਗਾ। ਤੇ ਉਸ ਤੋਂ ਬਾਅਦ ਇੱਥੇ ਉਹਨਾਂ ਦਾ ਜਦੋਂ ਤਬਾਦਲਾ ਹੁੰਦਾ ਆ ਉਹਨਾਂ ਦੇ ਪਤੀ ਦਾ, ਤਾਂ ਉਹ ਇੰਡੀਆ ਵਿੱਚ ਆਉਂਦੇ ਨੇ। ਇੰਡੀਆ ਵਿੱਚ ਵੀ ਪੰਜਾਬ ਵਿੱਚ ਆਉਂਦੇ ਨੇ, ਲਾਹੌਰ ਵਿੱਚ ਆਉਂਦੇ ਨੇ। ਇੱਥੇ ਆਣ ਕੇ ਉਹਨਾਂ ਦਾ ਰਾਬਤਾ ਜੋ ਹੁੰਦਾ ਆ ਉਹ ਪੰਜਾਬੀ ਦੇ ਮੁੱਢਲੇ ਨਾਟਕਕਾਰ ਬਣ ਜਾਂਦੇ ਨੇ। ਤੇ ਪਿਆਰੇ ਵਿਦਿਆਰਥੀਓ, 1912 ਈਸਵੀ ਵਿੱਚ ਜਦੋਂ ਈਸ਼ਵਰ ਚੰਦਰ ਨੰਦਾ ਸੈਕੰਡ ਈਅਰ, ਭਾਵ ਦੂਜੇ ਸਾਲ ਦਾ ਵਿਦਿਆਰਥੀ ਸੀ, ਤਾਂ ਨੰਦਾ ਨੇ ਨੌਰਾ ਰਿਚਰਡਸ ਦੀਆਂ ਹੌਬੀ ਕਲਾਸਾਂ ਜੁਆਇਨ ਕਰ ਲਈਆਂ, ਉਹ ਜਾਣਾ ਸ਼ੁਰੂ ਕਰ ਦਿੱਤਾ। ਤੇ ਨੌਰਾ ਰਿਚਰਡਸ ਦੀ ਪ੍ਰੇਰਨਾ ਅਤੇ ਅਗਵਾਈ ਨਾਲ ਪ੍ਰੋਫੈਸਰ ਆਈਸੀ ਨੰਦਾ ਨੇ ਨਾਟਕ ਲਿਖਣੇ ਤੇ ਖੇਡਣੇ ਸ਼ੁਰੂ ਕਰ ਦਿੱਤੇ।
ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੇ ਗ੍ਰੈਜੂਏਸ਼ਨ ਅਤੇ ਅੰਗਰੇਜ਼ੀ ਸਾਹਿਤ ਦੀ MA ਕਾਲਜ ਲਾਹੌਰ ਤੋਂ ਫਸਟ ਡਿਵੀਜ਼ਨ ਦੇ ਵਿੱਚ ਪਾਸ ਕੀਤੀ, ਭਾਵ ਪ੍ਰਥਮ ਆਇਆ ਸੀਗਾ। ਤੇ ਉਸ ਤੋਂ ਬਾਅਦ ਫਿਰ ਦਿਆਲ ਸਿੰਘ ਕਾਲਜ ਲਾਹੌਰ ਦਾ ਹੀ ਅਧਿਆਪਕ ਲੱਗ ਗਿਆ, ਉੱਥੇ ਹੀ ਪੜ੍ਹਾਉਣ ਲੱਗ ਪਿਆ। ਇਹ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ। ਤੇ 1920 ਈਸਵੀ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਰਕਾਰੀ ਸੇਵਾ ਲਈ ਚੁਣਿਆ ਗਿਆ ਸੀਗਾ। ਤੇ ਅਜੀਜ਼ ਵਿਦਿਆਰਥੀਓ, ਪ੍ਰੋਫੈਸਰ IC ਨੰਦਾ ਨੇ ਗੌਰਮੈਂਟ ਕਾਲਜ ਮੁਲਤਾਨ, ਸਰਕਾਰੀ ਕਾਲਜ ਲਾਹੌਰ ਆਦਿ ਵੱਖ-ਵੱਖ ਸੰਸਥਾਵਾਂ ਦੇ ਵਿੱਚ ਪੜ੍ਹਾਇਆ ਆ। ਠੀਕ ਹੈ ਜੀ। ਤੇ ਜੇਕਰ ਆਪਾਂ ਪ੍ਰੋਫੈਸਰ IC ਨੰਦਾ ਦੀ PhD ਦੀ ਗੱਲ ਕਰੀਏ ਤਾਂ 1925 ਈਸਵੀ ਦੇ ਵਿੱਚ ਨੰਦਾ ਸਾਹਿਬ PhD ਕਰਨ ਲਈ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲ ਹੋਏ ਸੀਗੇ। ਉੱਥੇ ਉਹਨਾਂ ਨੇ ਆਪਣੀ ਐਡਮਿਸ਼ਨ ਕਰਵਾਈ ਸੀਗੀ। ਤੇ 1947 ਈਸਵੀ ਨੂੰ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਆਪਣੇ ਅਧਿਆਪਨ ਦੇ ਕਾਰਜ ਤੋਂ ਸੇਵਾ ਮੁਕਤ ਹੋ ਗਏ ਸੀਗੇ। 1947 ਕਿਉਂਕਿ ਤੁਹਾਨੂੰ ਦੇਸ਼ ਵੰਡ ਦਾ ਪਤਾ ਹੀ ਆ, ਉਦੋਂ ਹੋਈ ਸੀ ਜਦੋਂ ਆਜ਼ਾਦ ਹੋਣ ਦੀ ਇੱਕ ਗੱਲ ਕੀਤੀ ਜਾਂਦੀ ਆ। ਜੇਕਰ ਆਪਾਂ ਪ੍ਰੋਫੈਸਰ IC ਨੰਦਾ ਦੇ ਦੇਹਾਂਤ ਦੀ ਗੱਲ ਕਰੀਏ ਤਾਂ ਉਹ ਇਸ ਸੰਸਾਰ ਨੂੰ 3 ਸਤੰਬਰ 1966 ਨੂੰ ਛੱਡ ਕੇ ਚਲੇ ਗਏ ਸੀ, ਭਾਵ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਹੁਣ ਤੁਸੀਂ ਇਹ ਵੀ ਜਾਣਦੇ ਹੋ ਕਿ 1966 ਨਵਾਂ ਪੰਜਾਬ ਬਣਿਆ ਸੀ ਜੋ ਇਹ ਕਿਹਾ ਜਾਂਦਾ ਆ। ਹੁਣ ਯਾਦ ਕਰਨ ਦਾ ਇਹ ਨੁਕਤਾ ਆ, ਮੈਂ ਤੁਹਾਨੂੰ ਤਾਂ ਇਹ ਨੁਕਤੇ ਦੱਸ ਰਿਹਾ ਹਾਂ ਤਾਂ ਕਿ ਤੁਹਾਨੂੰ ਭੁੱਲੇ ਨਾ। ਹੁਣ ਆਪਾਂ ਅੱਗੇ ਤੁਰਦੇ ਹਾਂ। ਆਧੁਨਿਕ ਪੰਜਾਬੀ ਨਾਟਕ ਦਾ ਮੌਲਕ ਪਹਿਲਾ ਨਾਟਕਕਾਰ ਜਿਸ ਨੇ ਆਪਣੇ ਨਾਟਕਾਂ ਨੂੰ ਰੰਗਮੰਚ ਦੀ ਦ੍ਰਿਸ਼ਟੀ ਤੋਂ ਲਿਖਿਆ ਉਹ ਸੀ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ। ਠੀਕ ਹੈ ਜੀ, ਇਹ ਤੁਸੀਂ ਕੋਡ ਕਰ ਲਵੋ, ਲਿਖ ਲਵੋ। ਤੇ ਇਸੇ ਲਈ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੂੰ ਆਧੁਨਿਕ ਰੰਗਮੰਚ ਦਾ ਮੋਢੀ, ਪਿਤਾਮਾ ਜਾਂ ਪਹਿਲਾ ਨਾਟਕਕਾਰ ਮੰਨਿਆ ਜਾਂਦਾ ਆ ਜਾਂ ਕਿਹਾ ਜਾਂਦਾ ਆ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨਾਲ ਪੰਜਾਬੀ ਨਾਟਕ ਕਲਾ ਵਿੱਚ ਨਵਾਂ ਦੌਰ ਸ਼ੁਰੂ ਹੋਇਆ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਪਹਿਲਾ ਨਾਟਕਕਾਰ ਹੈ ਜਿਸ ਨੇ ਪੰਜਾਬੀ ਜੀਵਨ ਦੀਆਂ ਉੱਗੀਆਂ ਸਮੱਸਿਆਵਾਂ ਜਿਵੇਂ ਜਬਰ, ਵਿਆਹ, ਵਿਧਵਾ ਵਿਆਹ ਤੇ ਪ੍ਰੀਤ ਵਿਆਹ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਇਆ ਸੀਗਾ। ਠੀਕ ਹੈ ਜੀ। ਤੇ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਪੰਜਾਬੀ ਸਾਹਿਤ ਦੇ ਇਤਿਹਾਸ ਲਿਖਣ ਵਾਲੇ ਬੜੇ ਉੱਘੇ ਵਿਦਵਾਨ ਹੋਏ ਨੇ। ਉਹਨਾਂ ਦਾ ਕਥਨ ਪੜ੍ਹਦੇ ਹਾਂ। ਕਹਿੰਦੇ ਕਿ ਪਰਿਵਰਤਨ ਕਾਲ ਦਾ ਨੰਦਾ ਆਧੁਨਿਕ ਕਾਲ ਦਾ ਮੋਢੀ ਬਣਿਆ ਨਾਟਕ ਦੇ ਖੇਤਰ ਵਿੱਚ। 1930 ਤੋਂ ਬਾਅਦ ਨਾਟਕ ਦਾ ਨਵਾਂ ਦੌਰ ਸ਼ੁਰੂ ਹੁੰਦਾ ਹੈ। ਤੁਸੀਂ ਹਵਾਲਾ ਨੋਟ ਕਰ ਲਵੋ। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ, ਡਾਕਟਰ ਪਰਮਿੰਦਰ ਸਿੰਘ ਦੀ ਲਿਖੀ ਹੋਈ ਕਿਤਾਬ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ, ਪੰਨਾ ਨੰਬਰ 365। ਇਸੇ ਤਰ੍ਹਾਂ ਹੀ ਇੱਕ ਕਥਨ ਹੋਰ ਨੋਟ ਕਰੋ, ਬਹੁਤ ਅਹਿਮ ਆ। ਇਸੇ ਕਿਤਾਬ ਦੇ ਪੇਜ ਨੰਬਰ 365 ਦੇ ਉੱਪਰ ਹੀ ਲਿਖਿਆ ਹੋਇਆ ਆ, ਨੰਦਾ ਭਾਈ ਵੀਰ ਸਿੰਘ ਦਾ ਸਮਕਾਲੀ ਲੇਖਕ ਹੈ ਅਤੇ ਉਸ ਵਾਂਗ 1930 ਅਰਥਾਤ ਪਰਿਵਰਤਨ ਕਾਲ ਦੀਆਂ ਹੱਦਾਂ ਨੂੰ ਨਹੀਂ ਟੱਪਦਾ। ਜੋ ਇਕਾਂਗੀ ਲਿਖੇ ਵੀ ਹਨ ਉਹ ਵੀ ਭਾਈ ਵੀਰ ਸਿੰਘ ਦੀ ਨਵੀਨ ਕਾਲ ਦੀ ਕਵਿਤਾ ਵਾਂਗ ਪਹਿਲੀ ਹੱਦ ਨੂੰ ਨਹੀਂ ਟੱਪਦੇ। ਪਰ ਇਹ ਮੰਨਣਾ ਪੈਂਦਾ ਹੈ ਕਿ ਨੰਦਾ ਨੇ ਆਪਣੇ ਸਮੇਂ ਅਨੁਸਾਰ ਢੁਕਵੀਆਂ ਸਮੱਸਿਆਵਾਂ ਨੂੰ ਲਿਆ, ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ ਵਿੱਚ ਬੰਦ ਨਹੀਂ ਕੀਤਾ। ਇਹ ਕਥਨ ਵੀ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ, ਡਾਕਟਰ ਪਰਮਿੰਦਰ ਸਿੰਘ ਦੀ ਲਿਖੀ ਹੋਈ ਕਿਤਾਬ ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ ਦੇ ਪੇਜ ਨੰਬਰ 365 ਤੇ ਦਰਜ ਆ। ਮੈਂ ਤੁਹਾਨੂੰ ਹੂਬਹੂ ਪੜ੍ਹ ਕੇ ਸੁਣਾ ਦਿੱਤਾ ਤਾਂ ਕਿ ਤੁਹਾਨੂੰ ਹਵਾਲਾ ਜਾਂ ਕਹਿ ਲਓ ਕਿ ਰੈਫਰੈਂਸ ਮਿਲ ਜਾਵੇ। ਤੇ ਅਜੀਜ਼ ਪਿਆਰੇ ਵਿਦਿਆਰਥੀਓ, ਇੱਕ ਗੱਲ ਹੋਰ ਕਿ ਪ੍ਰੋਫੈਸਰ IC ਨੰਦਾ ਨੇ ਪਹਿਲਾਂ ਲੇਡੀ ਗ੍ਰੈਗਰੀ ਅਤੇ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਖੁਦ ਅਭਿਨੈ ਮਤਲਬ ਐਕਟਿੰਗ ਕੀਤੀ ਸੀਗੀ। ਉਹ ਆਪ ਪਹਿਲਾਂ ਐਕਟਰ ਬਣਿਆ, ਫਿਰ ਨਾਟਕਕਾਰ ਬਣਿਆ। ਠੀਕ ਹੈ ਜੀ। ਪਲੇ ਰਾਈਟਰ ਬਾਅਦ ਵਿੱਚ ਬਣਿਆ, ਪਹਿਲਾਂ ਐਕਟਰ ਬਣਿਆ ਅਤੇ ਫਿਰ ਰੰਗਮੰਚ ਦੀ ਤਕਨੀਕ ਨੂੰ ਸਾਹਮਣੇ ਰੱਖਦਿਆਂ ਪੰਜਾਬੀ ਵਿੱਚ ਨਾਟਕ ਰਚਨਾ ਸ਼ੁਰੂ ਕੀਤੀ ਸੀ। ਵੈਰੀ 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 ਇੰਪੋਰਟੈਂਟ। ਤੇ ਪ੍ਰੋਫੈਸਰ IC ਨੰਦਾ ਨੇ 1913 ਈਸਵੀ ਵਿੱਚ ਦੁਲਹਨ ਇਕਾਂਗੀ ਲਿਖੀ ਜੋ ਮਗਰੋਂ ਸੁਹਾਗ ਦੇ ਨਾਂ ਨਾਲ ਪ੍ਰਸਿੱਧ ਹੋਈ। ਡਬਲ ਸਟਾਰ ਪਾ ਕੇ ਇਹਨੂੰ
ਨੋਟ ਕਰ ਲਵੋ। ਤੇ ਅਗਲਾ ਨੁਕਤਾ ਵੀ ਨੋਟ ਕਰੋ, ਬਹੁਤ ਇੰਪੋਰਟੈਂਟ ਆ। ਦੁਲਹਨ ਜਿਹਨੂੰ ਆਪਾਂ ਸੁਹਾਗ ਦਾ ਨਾਂ ਵੀ ਦਿੱਤਾ ਜਾਣਦੇ ਆ, ਇਕਾਂਗੀ ਨੂੰ ਨੋਰਾ ਰਿਚਰਡਜ਼ ਵੱਲੋਂ ਕਰਵਾਏ ਇਕਾਂਗੀ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਮਿਲਿਆ ਸੀਗਾ। ਆਈਸੀ ਨੰਦਾ ਨੂੰ ਇਸ ਇਕਾਂਗੀ ਤੇ ਇੱਕ ਗਿੰਨੀ ਇਨਾਮ ਮਿਲਿਆ। ਠੀਕ ਹੈ ਜੀ, ਵੈਰੀ ਇੰਪੋਰਟੈਂਟ। ਉਸ ਤੋਂ ਅੱਗੇ ਨੰਦਾ ਨੇ ਬੇਬੇ ਰਾਮ ਭਜਨੀ ਇਕਾਂਗੀ 1914 ਈਸਵੀ ਵਿੱਚ ਲਿਖੀ ਸੀਗੀ, ਜੋ ਨੋਰਾ ਰਿਚਰਡਜ਼ ਵੱਲੋਂ ਕਰਵਾਏ ਮੁਕਾਬਲੇ ਦੇ ਵਿੱਚ ਹੀ 1915 ਈਸਵੀ ਵਿੱਚ ਫਿਰ ਪ੍ਰਥਮ ਸਥਾਨ ਹਾਸਲ ਕਰਦੀ ਆ। ਇਸ ਤਰ੍ਹਾਂ ਪ੍ਰੋਫੈਸਰ ਆਈਸੀ ਨੰਦਾ ਦੀਆਂ ਪਹਿਲੀਆਂ ਦੋਵੇਂ ਇਕਾਂਗੀਆਂ, ਪਹਿਲੀ ਦੁਲਹਨ ਜਾਂ ਜਿਹਨੂੰ ਸੁਹਾਗ ਕਿਹਾ ਜਾਂਦਾ, ਦੂਜੀ ਬੇਬੇ ਰਾਮ ਭਜਨੀ, ਦੋਵੇਂ ਹੀ ਪੁਰਸਕਾਰਤ ਇਕਾਂਗੀਆਂ ਬਣ ਜਾਂਦੀਆਂ ਆ। ਤੇ ਪਿਆਰੇ ਵਿਦਿਆਰਥੀਓ, ਪ੍ਰੋਫੈਸਰ ਆਈਸੀ ਨੰਦਾ ਅੰਗਰੇਜ਼ੀ ਟੀਚਰ ਹੋਣ ਕਾਰਨ ਅੰਗਰੇਜ਼ੀ ਸਾਹਿਤ ਤੋਂ ਬੜਾ ਪ੍ਰਭਾਵਿਤ ਸੀਗਾ। ਤੇ ਪ੍ਰੋਫੈਸਰ ਆਈਸੀ ਨੰਦਾ ਨੇ ਕਈ ਨਾਟਕ ਪੱਛਮੀ ਸੱਭਿਅਤਾ ਦੇ ਪ੍ਰਭਾਵ ਅਧੀਨ ਵੀ ਲਿਖੇ ਸੀਗੇ, ਕਿਉਂਕਿ ਉਹ ਆਪ ਅੰਗਰੇਜ਼ੀ ਨਾਲ ਜੁੜਿਆ ਹੋਇਆ ਸੀਗਾ, ਅੰਗਰੇਜ਼ੀ ਦਾ ਟੀਚਰ ਸੀਗਾ। ਤੇ ਪ੍ਰੋਫੈਸਰ ਆਈਸੀ ਨੰਦਾ ਦੇ ਪਾਤਰ ਸਮਕਾਲੀ ਜੀਵਨ ਨਾਲ ਸੰਬੰਧਿਤ ਸੀਗੇ, ਇਹ ਤਾਂ ਤੁਸੀਂ ਜਾਣਦੇ ਹੋ ਜੇਕਰ ਤੁਸੀਂ ਉਹਨਾਂ ਨੂੰ ਪੜ੍ਹਿਆ ਹੋਵੇਗਾ। ਨੰਦਾ ਨੇ ਸ਼ਹਿਰੀ ਮੱਧ ਸ਼੍ਰੇਣੀ ਦੇ ਜੀਵਨ ਨੂੰ ਬੜੇ ਹੀ ਯਥਾਰਥਕ, ਭਾਵ ਅਸਲੀ ਅਤੇ ਸੁਭਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਦੇਖੋ, ਪ੍ਰੋਫੈਸਰ ਆਈਸੀ ਨੰਦਾ ਨੇ ਪੇਂਡੂ ਜੀਵਨ ਨੂੰ ਤੇ ਸ਼ਹਿਰੀ ਜੀਵਨ ਨੂੰ ਬਾਖੂਬੀ ਆਪਣੇ ਨਾਟਕਾਂ ਦੇ ਵਿੱਚ ਚਿਤਰਿਆ ਆ, ਜੋ ਮੱਧ ਸ਼੍ਰੇਣੀ ਨਾਲ ਸੰਬੰਧਿਤ ਪਾਤਰ ਸੀਗੇ। ਤੇ ਪ੍ਰੋਫੈਸਰ ਆਈਸੀ ਨੰਦਾ ਦੀ ਬੋਲੀ ਪਾਤਰਾਂ ਦੇ ਅਨੁਕੂਲ ਹੁੰਦੀ ਸੀਗੀ। ਅਗਲੀ ਗੱਲ ਕਿ ਪ੍ਰੋਫੈਸਰ ਆਈਸੀ ਨੰਦਾ ਨੇ ਆਪਣੇ ਸਾਰੇ ਨਾਟਕਾਂ ਨੂੰ ਰੰਗ ਮੰਚ ਦੇ ਉੱਪਰ ਪੇਸ਼ ਕੀਤਾ ਸੀਗਾ, ਇਹੋ ਜਿਹੇ ਲਿਖੇ ਸੀਗੇ ਸਫਲ ਨਾਟਕ। ਇਉਂ ਪ੍ਰੋਫੈਸਰ ਆਈਸੀ ਨੰਦਾ ਆਧੁਨਿਕ ਪੰਜਾਬੀ ਨਾਟਕ ਦਾ ਮੋਢੀ ਹੀ ਨਹੀਂ, ਸਗੋਂ ਆਧੁਨਿਕ ਪੰਜਾਬੀ ਰੰਗ ਮੰਚ ਦਾ ਵੀ ਪਿਤਾਮਾ ਬਣ ਜਾਂਦਾ ਆ। ਠੀਕ ਹੈ ਜੀ। ਤੇ ਪ੍ਰੋਫੈਸਰ ਆਈਸੀ ਨੰਦਾ ਨੇ 1913 ਈਸਵੀ ਵਿੱਚ ਆਪਣਾ ਰਚਨਾਤਮਕ ਜੀਵਨ ਸ਼ੁਰੂ ਕੀਤਾ ਸੀਗਾ। ਪ੍ਰੋਫੈਸਰ ਆਈਸੀ ਨੰਦਾ ਤੋਂ ਪਹਿਲਾਂ 1912 ਈਸਵੀ ਵਿੱਚ ਸ਼ਾਂਤੀ ਸਰੂਪ ਭਟਨਾਗਰ ਦੀ ਇਕਾਂਗੀ ਕਰਾਮਾਤ ਮਿਸਿਜ਼ ਨੋਰਾ ਰਿਚਰਡਜ਼ ਵੱਲੋਂ ਕਰਵਾਏ ਮੁਕਾਬਲਿਆਂ ਦੇ ਵਿੱਚ ਫਸਟ ਰਹੀ ਸੀਗੀ, ਪਰ ਉਸ ਦਾ ਮੰਚਨ ਨਾ ਹੋ ਸਕਿਆ। ਕਾਰਨ ਕਿਉਂਕਿ ਉਸ ਦਾ ਵਿਸ਼ਾ ਵਿਵਾਦਗ੍ਰਸਤ ਹੋ ਸਕਦਾ ਸੀਗਾ। ਇਹਦੇ ਨਾਲ ਹੀ ਆਪਾਂ ਅਗਲਾ ਨੁਕਤਾ ਵੀ ਵੇਖ ਲਈਏ ਕਿ 1914 ਈਸਵੀ ਵਿੱਚ ਰਾਜਿੰਦਰ ਲਾਲ ਸਾਹਨੀ ਦੀ ਇਕਾਂਗੀ ਦੀਨੇ ਦੀ ਜੰਜ ਅਵਲ ਰਹੀ ਸੀਗੀ ਨੋਰਾ ਰਿਚਰਡਜ਼ ਵੱਲੋਂ ਕਰਵਾਏ ਮੁਕਾਬਲਿਆਂ ਦੇ ਵਿੱਚ। ਠੀਕ ਹੈ ਜੀ। ਪ੍ਰੋਫੈਸਰ ਆਈਸੀ ਨੰਦਾ ਦੇ ਮੁੱਢਲੇ ਦੋਵੇਂ ਇਕਾਂਗੀ ਦੁਲਹਨ ਤੇ ਬੇਬੇ ਰਾਮ ਭਜਨੀ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਮਾਡਰਨ ਰਿਵਿਊ ਵਿੱਚ ਵੀ ਪ੍ਰਕਾਸ਼ਿਤ ਹੋਏ ਸੀਗੇ। ਇਹ ਵੀ ਬਹੁਤ ਇੰਪੋਰਟੈਂਟ ਆ, ਨੋਟ ਕਰ ਲਵੋ। ਤੇ ਪ੍ਰੋਫੈਸਰ ਆਈਸੀ ਨੰਦਾ ਦਾ ਜੇ ਆਪਾਂ ਰਚਨਾ ਸੰਸਾਰ ਵੇਖਣਾ ਹੋਵੇ ਤਾਂ ਇਹਨੂੰ ਤੁਸੀਂ 7-8 ਸਟਾਰ ਪਾ ਕੇ ਲਿਖਣਾ ਸ਼ੁਰੂ ਕਰ ਦਿਓ, ਬਹੁਤ ਇੰਪੋਰਟੈਂਟ ਆ। ਪਹਿਲੀ ਗੱਲ, ਆਪਾਂ ਪੂਰੇ ਨਾਟਕ ਜਿਹੜੇ ਲਿਖੇ ਨੇ ਪ੍ਰੋਫੈਸਰ ਆਈਸੀ ਨੰਦਾ ਦੇ ਮੌਲਿਕ ਪੂਰੇ ਨਾਟਕਾਂ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸੁਭੱਦਰਾ, ਠੀਕ ਹੈ ਜੀ, 1920 ਈਸਵੀ ਵਿੱਚ ਲਿਖਿਆ ਸੀਗਾ। ਵਾਰਕਰ ਜਾਂ ਲਿੱਲੀ ਦਾ ਵਿਆਹ, ਇਹ ਇੱਕੋ ਨਾਟਕ ਦਾ ਨਾਂ ਆ, ਦੋ ਨਾਮ ਆ, ਵਾਰਕਰ ਜਾਂ ਲਿੱਲੀ ਦਾ ਵਿਆਹ। ਇਹ 1930 ਈਸਵੀ ਵਿੱਚ ਸਾਹਮਣੇ ਆਉਂਦਾ ਆ, ਪ੍ਰਕਾਸ਼ਿਤ ਹੋਇਆ। ਤੇ ਇਸੇ ਤਰ੍ਹਾਂ ਹੀ ਸੋਸ਼ਲ ਸਰਕਲ 1953 ਈਸਵੀ ਵਿੱਚ ਛਪਿਆ ਸੀਗਾ ਆਈਸੀ ਨੰਦਾ ਦਾ ਪੂਰਾ ਨਾਟਕ। ਤੇ ਜੇਕਰ ਆਪਾਂ ਪ੍ਰੋਫੈਸਰ ਆਈਸੀ ਨੰਦਾ ਦੇ ਅਨੁਵਾਦਿਤ ਨਾਟਕ ਦੀ ਗੱਲ ਕਰੀਏ ਤਾਂ ਸ਼ਾਮੂ ਸ਼ਾਹ 1930 ਈਸਵੀ ਦੇ ਵਿੱਚ ਹੀ ਛਪਿਆ ਸੀਗਾ। ਇਹ ਨਾਟਕ ਪ੍ਰੋਫੈਸਰ ਆਈਸੀ ਨੰਦਾ ਨੇ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੈਨਿਸ ਦਾ ਅਨੁਵਾਦ ਕੀਤਾ ਸੀਗਾ ਪੰਜਾਬੀ ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਿਆ ਕਿ ਉਹਨਾਂ ਦੇ 4 ਪੂਰੇ ਨਾਟਕ ਸੀਗੇ। ਹੁਣ ਆਪਾਂ ਆਉਂਦੇ ਹਾਂ ਜੀ ਪ੍ਰੋਫੈਸਰ ਆਈਸੀ ਨੰਦਾ ਦੇ ਇਕਾਂਗੀਆਂ ਵੱਲ, ਕਿਉਂਕਿ ਪ੍ਰੋਫੈਸਰ ਆਈਸੀ ਨੰਦਾ ਨੇ 11 ਇਕਾਂਗੀਆਂ ਲਿਖੀਆਂ। ਉਹਨਾਂ ਦੇ ਵਿੱਚ ਦੁਲਹਨ, ਜਿਹਦਾ ਦੂਜਾ ਨਾਂ ਸੁਹਾਗ ਆ, 1913 ਈਸਵੀ ਵਿੱਚ ਪ੍ਰਕਾਸ਼ਿਤ ਹੋਈ। ਬੇਬੇ ਰਾਮ ਭਜਨੀ ਉਹਨਾਂ ਦੀ ਦੂਜੀ ਇਕਾਂਗੀ ਸੀਗੀ, 1914 ਵਿੱਚ ਪ੍ਰਕਾਸ਼ਿਤ ਹੋਈ। ਤੇ ਇਹ ਡੂਮਣੇ ਤੀਜੀ ਇਕਾਂਗੀ 1929 ਵਿੱਚ ਪ੍ਰਕਾਸ਼ਿਤ ਹੋਈ। ਮਾਂ ਦਾ ਡਿਪਟੀ 1929 ਵਿੱਚ ਪ੍ਰਕਾਸ਼ਿਤ ਹੋਈ ਇਕਾਂਗੀ। ਤੇ ਇਸੇ ਤਰ੍ਹਾਂ ਜਿੰਨ 1932
1932 ਵਿੱਚ ਪ੍ਰਕਾਸ਼ਿਤ ਹੋਈ ਇਕਾਂਗੀ, ਬੇਈਮਾਨ 1941 ਵਿੱਚ ਪ੍ਰਕਾਸ਼ਿਤ ਹੋਈ ਇਕਾਂਗੀ, ਚੋਰ ਕੌਣ 1950 ਵਿੱਚ ਪ੍ਰਕਾਸ਼ਿਤ ਹੋਈ ਇਕਾਂਗੀ ਤੇ ਸੁਖ ਰਾਜ 1965 ਵਿੱਚ ਪ੍ਰਕਾਸ਼ਿਤ ਹੋਈ ਇਕਾਂਗੀ ਸੀਗੀ। ਇਹਦੇ ਨਾਲ ਨਾਲ ਬਾਬੇ ਘਸੀਟੇ ਦੀ ਨਾਟਕ ਮੰਡਲੀ, ਹੇਰਾ ਫੇਰੀ, ਮੌਨਧਾਰੀ, ਇਹ ਵੀ ਜਿਹੜੀਆਂ ਨੇ ਉਹਨਾਂ ਦੀਆਂ ਇਕਾਂਗੀਆਂ ਸੀਗੀਆਂ। ਤੇ ਪਿਆਰੇ ਵਿਦਿਆਰਥੀਓ, ਆਪਾਂ ਇਕਾਂਗੀਆਂ ਤਾਂ ਨੋਟ ਕਰ ਲਈਆਂ, ਪਰ ਇਹ ਇਕਾਂਗੀਆਂ ਕਿਹੜੇ-ਕਿਹੜੇ ਇਕਾਂਗੀ ਸੰਗ੍ਰਹਿਾਂ ਦੇ ਵਿੱਚ ਸ਼ਾਮਲ ਨੇ ਉਹ ਵੀ ਨੋਟ ਕਰੋ। ਪ੍ਰੋਫੈਸਰ ਆਈ.ਸੀ. ਨੰਦਾ ਦੇ 3 ਇਕਾਂਗੀ ਸੰਗ੍ਰਹਿ ਆ। ਸਭ ਤੋਂ ਪਹਿਲਾਂ ਝਲਕਾਰੇ 1950 ਵਿੱਚ ਛਪਿਆ ਸੀਗਾ। ਇਸ ਇਕਾਂਗੀ ਸੰਗ੍ਰਹਿ ਦੇ ਵਿੱਚ ਆਈ.ਸੀ. ਨੰਦਾ ਦੀ ਬੇਬੇ ਰਾਮ ਭਜਨੀ ਇਕਾਂਗੀ, ਜਿੰਨ ਇਕਾਂਗੀ, ਬੇਈਮਾਨ ਇਕਾਂਗੀ ਤੇ ਚੋਰ ਕੌਣ, ਇਹ 4 ਇਕਾਂਗੀਆਂ ਸ਼ਾਮਲ ਸੀਗੀਆਂ। ਤੇ ਪ੍ਰੋਫੈਸਰ ਆਈ.ਸੀ. ਨੰਦਾ ਦਾ ਦੂਜਾ ਇਕਾਂਗੀ ਸੰਗ੍ਰਹਿ ਆ ਲਿਸ਼ਕਾਰੇ, ਜੋ 1954 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ। ਇਹਦੇ ਵਿੱਚ ਸ਼ਾਮਲ ਇਕਾਂਗੀਆਂ ਸੁਹਾਗ, ਜਾਂ ਜਿਹਨੂੰ ਆਪਾਂ ਦੁਲਹਨ ਕਹਿੰਦੇ ਆ, ਮਾਂ ਦਾ ਡਿਪਟੀ ਤੇ ਤੀਜੀ ਇਕਾਂਗੀ ਇਹ ਡੂਮਣੀ। ਇਹ 3 ਇਕਾਂਗੀਆਂ ਲਿਸ਼ਕਾਰੇ ਇਕਾਂਗੀ ਸੰਗ੍ਰਹਿ ਵਿੱਚ ਸ਼ਾਮਲ ਆ। ਤੇ ਚਮਕਾਰੇ ਇਕਾਂਗੀ ਸੰਗ੍ਰਹਿ 1960 ਈਸਵੀ ਵਿੱਚ ਪ੍ਰੋਫੈਸਰ ਆਈ.ਸੀ. ਨੰਦਾ ਦਾ ਤੀਜਾ ਇਕਾਂਗੀ ਸੰਗ੍ਰਹਿ ਛਪ ਕੇ ਸਾਹਮਣੇ ਆਉਂਦਾ ਆ, ਜਿਹਦੇ ਵਿੱਚ ਬਾਬੇ ਘਸੀਟੇ ਦੀ ਨਾਟਕ ਮੰਡਲੀ, ਹੇਰਾ ਫੇਰੀ, ਮੌਨਧਾਰੀ ਅਤੇ ਸੁਖਰਾਜ, ਇਹ 4 ਇਕਾਂਗੀਆਂ ਦਰਜ ਸਾਨੂੰ ਮਿਲਦੀਆਂ ਆ। ਠੀਕ ਹੈ ਜੀ। ਤੇ ਪ੍ਰੋਫੈਸਰ ਆਈ.ਸੀ. ਨੰਦਾ ਦੇ ਇਕਾਂਗੀ ਸੰਗ੍ਰਹਿ ਝਲਕਾਰੇ ਤੇ ਲਿਸ਼ਕਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ਸੀਗੇ। ਵੈਰੀ 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 ਇੰਪੋਰਟੈਂਟ। ਤੇ ਹੁਣ ਆਪਾਂ ਇੱਕ ਨਵੀਂ ਗੱਲ ਕਰਨੀ ਆ। ਮੈਨੂੰ ਲੱਗਦਾ ਇਹ ਤੁਸੀਂ ਸ਼ਾਇਦ ਨਹੀਂ ਸੁਣੀ ਹੋਊਗੀ, ਜੇ ਨਹੀਂ ਸੁਣੀ ਤਾਂ ਕਮੈਂਟ ਜ਼ਰੂਰ ਕਰਿਓ। ਪ੍ਰੋਫੈਸਰ ਆਈ.ਸੀ. ਨੰਦਾ ਨੇ ਨਾਵਲ ਵੀ ਲਿਖਿਆ। ਠੀਕ ਹੈ ਜੀ। ਪ੍ਰੋਫੈਸਰ ਆਈ.ਸੀ. ਨੰਦਾ ਦੇ ਨਾਂ ਨਾਲ 2 ਨਾਵਲ ਜਿਹੜੇ ਜੁੜਦੇ ਨੇ। ਮੁਰਾਦ 1964 ਈਸਵੀ ਦੇ ਵਿੱਚ ਉਹਨਾਂ ਦਾ ਲਿਖਿਆ ਹੋਇਆ ਨਾਵਲ ਆ, ਤੇ ਤੇਜ ਕੌਰ, ਜਿਹਦੀ ਸਾਨੂੰ ਮਿਤੀ ਨਹੀਂ ਮਿਲਦੀ, ਇਹ ਮਿਤੀਹੀਣ ਨਾਵਲ ਵੀ ਉਹਨਾਂ ਦਾ ਆ। ਇਹ 2 ਨਾਵਲ ਜਿਹੜੇ ਨੇ ਪ੍ਰੋਫੈਸਰ ਆਈ.ਸੀ. ਨੰਦਾ ਨੇ ਲਿਖੇ ਸੀਗੇ ਨਾਟਕ ਤੇ ਇਕਾਂਗੀਆਂ ਦੇ ਨਾਲ ਨਾਲ। ਤੇ ਅਜੀਜ਼ ਪਿਆਰੇ ਵਿਦਿਆਰਥੀਓ, ਅੱਗੇ ਤੁਰੀਏ। ਚਲੋ, ਈਸ਼ਵਰ ਚੰਦਰ ਨੰਦਾ ਦੇ ਸਾਰੇ ਨਾਟਕ ਹਰਚਰਨ ਸਿੰਘ ਵੱਲੋਂ ਸੰਪਾਦਿਤ ਕੀਤੇ ਗਏ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਠੀਕ ਹੈ ਜੀ। ਇਹ ਕਿਤਾਬ ਸੀ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੇ ਸਾਰੇ ਨਾਟਕ, ਤੇ ਸੰਪਾਦਕ ਹਰਚਰਨ ਸਿੰਘ ਤੇ ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਸੇ ਤਰ੍ਹਾਂ ਹੀ ਅਗਲੀ ਕਿਤਾਬ ਆ ਨੰਦਾ ਦਾ ਗਲਪ ਸਾਹਿਤ, ਜਿਹਨੂੰ ਸੰਪਾਦਿਤ ਕੀਤਾ ਪੰਜਾਬੀ ਦੇ ਬਾਬਾ ਬੋੜ ਸੰਤ ਸਿੰਘ ਸੇਖੋਂ ਨੇ। ਇਸੇ ਤਰ੍ਹਾਂ ਹੀ ਨੰਦਾ ਦਾ ਗੱਦ ਸਾਹਿਤ ਪੁਸਤਕ ਦਾ ਨਾਮ, ਜਿਹਨੂੰ ਸੰਪਾਦਿਤ ਕੀਤਾ ਗੁਰਬਚਨ ਸਿੰਘ ਤਾਲਿਬ ਨੇ। ਠੀਕ ਹੈ ਜੀ। ਇਹਨਾਂ ਦੋਹਾਂ ਸੰਪਾਦਿਤ ਪੁਸਤਕਾਂ ਨੂੰ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹੀ ਛਾਪਿਆ ਗਿਆ। ਵੈਰੀ ਇੰਪੋਰਟੈਂਟ। ਆਪਾਂ ਕੁਝ ਹੋਰ ਨੁਕਤੇ ਵੀ ਵੇਖਦੇ ਹਾਂ, ਜਿਵੇਂ ਪ੍ਰੋਫੈਸਰ ਆਈ.ਸੀ. ਨੰਦਾ ਦੇ ਨਾਟਕਾਂ ਦੇ ਵਿਸ਼ੇ ਸਮਾਜ ਸੁਧਾਰ ਨਾਲ ਸੰਬੰਧਿਤ ਸੀਗੇ। ਇਹ ਨੁਕਤਾ ਬੜਾ ਅਹਿਮ ਮੰਨਿਆ ਜਾਂਦਾ ਆ, ਕਿਉਂਕਿ ਉਸ ਸਮੇਂ ਦੇ ਜਿੰਨੇ ਵੀ ਸਾਹਿਤਕਾਰ ਸੀ ਉਹ ਸਮਾਜ ਸੁਧਾਰ ਦੀ ਗੱਲ ਕਰਦੇ ਸੀਗੇ। ਵਹਿਮ ਭਰਮ ਬਹੁਤ ਫੈਲੇ ਹੋਏ ਸੀ ਸਮਾਜ ਦੇ ਵਿੱਚ, ਸਾਡੇ ਲੋਕਾਂ ਵਿੱਚ ਅਨਪੜ੍ਹਤਾ ਬਹੁਤ ਸੀ। ਇਸ ਕਰਕੇ ਤੇ ਪਿਆਰੇ ਵਿਦਿਆਰਥੀਓ, ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੇ ਆਪਣੇ ਪਹਿਲੇ ਨਾਟਕ ਸੁਭੱਦਰਾ, ਜੋ ਕਿ 1928 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ, ਇਸ ਵਿੱਚ ਵਿਧਵਾ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਸੀਗਾ। ਤੇ ਇਸ ਸਮੱਸਿਆ ਦਾ ਹੱਲ ਨਾਟਕਕਾਰ ਸੁਭੱਦਰਾ ਦਾ ਵਿਆਹ ਸੁੰਦਰ ਲਾਲ ਦੇ ਨਾਲ ਕਰਕੇ ਕਰਦਾ ਆ। ਠੀਕ ਹੈ ਜੀ। ਹੁਣ ਤੁਹਾਨੂੰ ਇਹਦੇ ਵਿੱਚ ਇੱਕ ਤਾਂ ਪਤਾ ਲੱਗ ਗਿਆ ਕਿ ਈਸ਼ਵਰ ਚੰਦਰ ਨੰਦਾ ਜੀ ਦਾ ਪਹਿਲਾ ਨਾਟਕ ਸੁਭੱਦਰਾ 1928 ਵਿੱਚ ਪ੍ਰਕਾਸ਼ਿਤ ਹੋਇਆ। ਫਿਰ ਇਹਦੇ ਵਿੱਚ ਮੇਨ ਥੀਮ ਕੀ ਆ? ਵਿਧਵਾ ਵਿਆਹ ਦੀ ਸਮੱਸਿਆ। ਤੇ ਉਸ ਤੋਂ ਬਾਅਦ ਤੁਹਾਨੂੰ ਪਾਤਰਾਂ ਦੇ ਨਾਮ ਵੀ ਪਤਾ ਲੱਗ ਗਿਆ, ਸੁਭੱਦਰਾ ਤੇ ਉਹਦਾ ਨਾਇਕ ਹੈਗਾ ਆ ਸੁੰਦਰ ਲਾਲ। ਇਸ ਤਰ੍ਹਾਂ ਤੁਸੀਂ ਨੋਟ ਕਰੋਗੇ ਨਾ ਤਾਂ ਤੁਹਾਡੇ ਕੋਲ ਬਹੁਤ ਡੀਪਲੀ ਨੌਲੇਜ ਹੋ ਜੂਗੀ। ਮੈਂ ਤੁਹਾਨੂੰ ਇਸ ਕਰਕੇ ਸੌਖੇ ਢੰਗ ਨਾਲ ਪੜ੍ਹਾ ਰਿਹਾ ਤਾਂ ਕਿ ਤੁਹਾਨੂੰ ਬਹੁਤੀਆਂ ਕਿਤਾਬਾਂ ਨਾ ਫੋਲਣੀਆਂ ਪੈਣ। ਚਲੋ ਅੱਗੇ ਤੁਰਦੇ ਹਾਂ ਆਪਾਂ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਵਿੱਚ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਪਾਤਰਾਂ ਵਿੱਚ ਟੱਕਰ, ਅੰਡਰਲਾਈਨ ਕਰ ਲਿਓ, ਕਰਵਾਈ ਜਾਂਦੀ ਹੈ ਅਤੇ ਨਵੀਂ ਪੀੜ੍ਹੀ ਦੇ ਪਾਤਰ ਆਪਣੀਆਂ ਦਲੀਲਾਂ ਨਾਲ
ਪੁਰਾਣੀ ਪੀੜ੍ਹੀ ਦੇ ਪਾਤਰਾਂ ਨੂੰ ਆਪਣੇ ਹੱਕ ਵਿੱਚ ਕਰ ਲੈਂਦੇ ਆ। ਵੈਰੀ 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 ਇੰਪੋਰਟੈਂਟ, ਇਹ ਹੁਣ ਤੁਸੀਂ ਨੋਟ ਕਰ ਲਵੋ, ਠੀਕ ਹੈ ਜੀ, ਸਟਾਰ ਪਾ ਕੇ। ਤੇ ਅਗਲੀ ਆਪਾਂ ਗੱਲ ਕਰੀਏ ਤਾਂ ਵਾਰਕਰ, ਜਾਂ ਜਿਹਨੂੰ ਆਪਾਂ ਲਿੱਲੀ ਦਾ ਵਿਆਹ ਨਾਮ ਦਿੱਤਾ ਆ, 1930 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਨਾਟਕ ਸੀਗਾ। ਇਸ ਨਾਟਕ ਵਿੱਚ ਪਿਆਰ ਵਿਆਹ, ਲਵ ਮੈਰਿਜ ਜਿਹਨੂੰ ਕਹਿੰਦੇ ਆ, ਦੀ ਸਮੱਸਿਆ ਪੇਸ਼ ਕੀਤੀ ਗਈ ਆ ਅਤੇ ਇਸ ਸਮੱਸਿਆ ਦਾ ਹੱਲ ਨਾਟਕਕਾਰ ਨੇ ਲਿੱਲੀ, ਜੋ ਕਿ ਹੀਰੋਇਨ ਨਾਟਕ ਦੀ ਨਾਇਕਾ ਆ, ਅਤੇ ਜੈ ਕਿਸ਼ਨ, ਜੋ ਕਿ ਇਸ ਨਾਟਕ ਦਾ ਨਾਇਕ ਆ, ਹੀਰੋ ਆ, ਦਾ ਵਿਆਹ ਕਰਵਾ ਕੇ ਕੀਤੀ ਆ। ਠੀਕ ਹੈ ਜੀ, ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ ਪਾਤਰ ਦਾ, ਨਾਇਕ ਨਾਇਕਾ ਦਾ ਇਸ ਨਾਟਕ ਦੇ ਵਿੱਚ ਕਿਹੜੀ ਸਮੱਸਿਆ ਪੇਸ਼ ਹੋਈ ਆ, ਉਸ ਦਾ ਵੀ ਪਤਾ ਲੱਗ ਗਿਆ ਹੋਊਗਾ। ਤਾਂ ਫਿਰ ਆਪਾਂ ਅੱਗੇ ਤੁਰਦੇ ਹਾਂ ਜੀ। ਨਾਟਕ ਸ਼ਾਮੂ ਸ਼ਾਹ, ਜੋ 1930 ਦੇ ਵਿੱਚ ਸਾਡੇ ਸਾਹਮਣੇ ਆਉਂਦਾ ਆ। ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੀਨਸ ਦਾ ਪੰਜਾਬੀ ਅਨੁਵਾਦ ਆ, ਇਹ ਤੁਸੀਂ ਜਾਣ ਚੁੱਕੇ ਹੋ। ਇਸ ਨਾਟਕ ਦੇ 5 ਅੰਕ ਵਾ, ਜਿਹਨੂੰ ਆਪਾਂ ਐਕਟ ਕਹਿੰਦੇ ਆ, ਅਤੇ 6 ਝਾਕੀਆਂ ਆ, ਇਹ ਵੀ ਨੋਟ ਕਰ ਲਵੋ। ਪੰਜਾਬੀ ਰੰਗਤ ਵਿੱਚ ਢਲਿਆ ਇਹ ਨਾਟਕ ਅਨੁਵਾਦ ਨਹੀਂ ਸਗੋਂ ਮੌਲਿਕ ਨਾਟਕ ਜਾਪਦਾ ਆ। ਠੀਕ ਹੈ ਜੀ। ਤੇ ਜੇ ਆਪਾਂ ਸੋਸ਼ਲ ਸਰਕਲ 1950 ਵਿੱਚ ਜੋ ਛਪਿਆ ਇਹਦੀ ਗੱਲ ਕਰੀਏ ਤਾਂ ਇਸ ਨਾਟਕ 'ਚ ਸਮਾਜ ਦੇ ਚਲਾਕ ਆਗੂਆਂ ਦੀ ਤਸਵੀਰ ਖਿੱਚੀ ਗਈ ਹੈ, ਪਰ ਗੋਂਦ ਪੱਖੋਂ ਇਹ ਨਾਟਕ ਸਫਲ ਨਾਟਕ ਨਹੀਂ ਆਖਿਆ ਜਾ ਸਕਦਾ। ਇਸ ਨਾਟਕ ਨੂੰ ਵਾਰਤਾਲਾਪ ਪ੍ਰਧਾਨ ਨਾਟਕ ਕਿਹਾ ਜਾ ਸਕਦਾ ਆ। ਠੀਕ ਹੈ ਜੀ। ਤੇ ਜੇਕਰ ਆਪਾਂ ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋਫੈਸਰ ਸੰਤ ਸਿੰਘ ਸੇਖੋਂ ਦਾ ਕਥਨ ਪੜ੍ਹਨਾ ਹੋਵੇ, ਉਹ ਕੀ ਕਹਿੰਦੇ ਨੇ, ਤਾਂ ਆਓ ਵੇਖਦੇ ਹਾਂ ਉਹਨਾਂ ਨੇ ਸੁਭੱਦਰਾ ਬਾਰੇ ਕੀ ਕਿਹਾ। ਹੂ ਪੜ੍ਹਨ ਲੱਗਾ, ਕਰ ਲਓ ਨੋਟ। ਉਸ ਮਤਲਬ ਨੰਦਾ ਦੇ ਨਾਟਕ ਸੁਭੱਦਰਾ ਦਾ ਵਿਸ਼ਾ ਭਾਵੇਂ ਸੁਧਾਰਕ ਇੱਕ ਜਵਾਨ ਵਿਧਵਾ ਦਾ ਪੁਨਰ ਵਿਆਹ ਹੀ ਹੈ, ਪਰ ਜਿਸ ਢੰਗ ਨਾਲ ਨੰਦਾ ਜੀ ਨੇ ਇਹ ਨਿਭਾਇਆ ਹੈ ਉਹ ਸਧਾਰਨ ਨਹੀਂ ਬਲਕਿ ਸ਼ੁੱਧ ਅਰਥਾਂ ਵਿੱਚ ਆਧੁਨਿਕ ਹੈ। ਇਸ ਵਿੱਚ ਨਵੇਂ ਦੀ ਪੁਰਾਣੇ ਉੱਪਰ ਜਿੱਤ ਦਾ ਚਿੱਤਰ ਦਰਸਾਇਆ ਗਿਆ ਹੈ। ਹਵਾਲਾ ਨੋਟ ਕਰੋ ਜੀ, ਈਸ਼ਵਰ ਚੰਦਰ ਨੰਦਾ ਦੀਆਂ ਗਲਪ ਰਚਨਾਵਾਂ, ਪੰਨਾ ਨੰਬਰ 1 ਦੇ ਉੱਪਰ ਇਹ ਕਥਨ ਦਰਜ ਆ। ਠੀਕ ਹੈ ਜੀ। ਹਵਾਲੇ ਤੋਂ ਬਿਨਾਂ ਤਾਂ ਆਪਾਂ ਗੱਲ ਕਰਦੇ ਹੀ ਨਹੀਂ। ਚਲੋ ਆਪਾਂ ਹੁਣ ਸਮਾਪਤੀ ਵੱਲ ਨੂੰ ਤੁਰਦੇ ਹਾਂ ਹੌਲੀ ਹੌਲੀ। ਤੇ ਅਗਲਾ ਨੁਕਤਾ ਵੀ ਨੋਟ ਕਰੋ ਜੀ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਦੀਆਂ ਇਕਾਂਗੀਆਂ ਦੇ ਵਿਸ਼ੇ ਸਮਕਾਲੀ ਸਮੱਸਿਆਵਾਂ ਨਾਲ ਸੰਬੰਧਿਤ ਹੁੰਦੇ ਸੀ। ਤੇ ਜਿਵੇਂ ਇਹਦੇ ਵਿੱਚ ਆਪਾਂ ਬਾਲ ਵਿਆਹ ਦੀ ਗੱਲ ਕਰ ਸਕਦੇ ਹਾਂ, ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਦੀ ਗੱਲ ਕਰ ਸਕਦੇ ਹਾਂ, ਭੂਤਾਂ ਪ੍ਰੇਤਾਂ ਵਿੱਚ ਯਕੀਨ ਜਾਂ ਛੂਤ ਛਾਤ ਦੀ ਭਾਵਨਾ, ਬੇਈਮਾਨੀ ਕਰਨੀ, ਦੂਸਰਿਆਂ 'ਤੇ ਦੋਸ਼ ਲਾਉਣਾ, ਸਾਧੂ ਸੰਤਾਂ ਦਾ ਰੂਪ ਧਾਰ ਕੇ ਠੱਗਬਾਜ਼ੀਆਂ ਆਦਿ ਵਿਸ਼ੇ ਜਿਹੜੇ ਨੇ ਇਕਾਂਗੀਆਂ ਦੇ ਵਿੱਚ ਮਿਲਦੇ ਆ ਪ੍ਰੋਫੈਸਰ ਆਈ.ਸੀ. ਨੰਦਾ ਦੀਆਂ। ਤੇ ਬਾਬੇ ਘਸੀਟੇ ਦੀ ਨਾਟਕ ਮੰਡਲੀ ਇਕਾਂਗੀ ਜਿਹੜੀ ਆ, ਇਹ ਵੀ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਨੇ ਸ਼ੇਕਸਪੀਅਰ ਦੇ ਨਾਟਕ ਮਿਡ ਸਮਰ ਨਾਈਟਸ ਡ੍ਰੀਮ ਦਾ ਅਨੁਵਾਦ ਕੀਤਾ ਸੀ। ਵੈਰੀ 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 ਇੰਪੋਰਟੈਂਟ। ਤੇ ਮੈਨੂੰ ਯਕੀਨ ਆ ਇਹ ਤੁਸੀਂ ਪਹਿਲੀ ਵਾਰ ਸੁਣਿਆ, ਜੇ ਸੁਣਿਆ ਤਾਂ ਕਰੋ ਕਮੈਂਟ। ਤੇ ਆਓ ਆਪਾਂ ਅੱਗੇ ਪੜ੍ਹਦੇ ਹਾਂ। ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਨੇ ਆਪਣੇ ਰਚਨਾਤਮਕ ਸਫ਼ਰ ਦੇ ਪਹਿਲੇ ਦੌਰ 1913 ਤੋਂ ਲੈ ਕੇ 1929 ਦੌਰਾਨ ਪੇਂਡੂ ਸਮਾਜ ਦੀਆਂ ਤਤਕਾਲੀ ਸਮੱਸਿਆਵਾਂ ਦਾ ਨਿਰੂਪਣ ਕੀਤਾ ਸੀ। ਠੀਕ ਹੈ ਜੀ। ਤੇ ਦੁਲਹਨ ਇਕਾਂਗੀ ਦਾ ਵਿਸ਼ਾ ਅਣਜੋੜ ਵਿਆਹ ਨਾਲ ਸੰਬੰਧਿਤ ਆ, ਇੱਕ ਲਾਈਨ ਦੇ ਵਿੱਚ ਨੋਟ ਕਰੀ ਜਾਓ। ਇਸੇ ਤਰ੍ਹਾਂ ਹੀ ਬੇਬੇ ਰਾਮ ਭਜਨੀ ਇਕਾਂਗੀ ਵਿੱਚ ਭੋਲੀਆਂ ਭਾਲੀਆਂ ਔਰਤਾਂ ਦੀ ਪਾਖੰਡੀ ਸਾਧਾਂ ਵੱਲੋਂ ਹੁੰਦੀ ਲੁੱਟ ਖਸੁੱਟ ਦੀ ਇੱਕ ਵਿਅੰਗਾਤਮਕ ਝਾਕੀ ਪੇਸ਼ ਕੀਤੀ ਗਈ ਸਾਨੂੰ ਮਿਲਦੀ ਆ। ਠੀਕ ਹੈ ਜੀ। ਇਹ ਵੀ ਤੁਸੀਂ ਇੱਕ ਲਾਈਨ ਦੇ ਵਿੱਚ ਨੋਟ ਕਰ ਲਵੋ। ਜੇਕਰ ਆਪਾਂ ਜਿਨ ਇਕਾਂਗੀ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਨੌਜਵਾਨ ਔਰਤ ਨੂੰ ਪਿੰਡ ਦੀਆਂ ਸਿਆਣੀਆਂ ਬਜ਼ੁਰਗ ਜਿਹੜੀਆਂ ਔਰਤਾਂ ਆ ਦੇ ਪ੍ਰਭਾਵ ਹੇਠ ਇੱਕ ਪਾਖੰਡੀ ਤਾਂਤਰਿਕ ਦੀ ਠੱਗੀ ਦਾ ਸ਼ਿਕਾਰ ਹੁੰਦੀ ਦਿਖਾਇਆ ਗਿਆ ਆ। ਤੇ ਅਜੀਜ਼ ਪਿਆਰੇ ਵਿਦਿਆਰਥੀਓ, ਆਈ.ਸੀ. ਨੰਦਾ ਦੀਆਂ ਸਾਰੀਆਂ ਇਕਾਂਗੀਆਂ ਵਿੱਚ ਸੁਧਾਰਵਾਦੀ ਰੁਚੀ ਵੇਖਣ ਨੂੰ ਮਿਲਦੀ ਆ। ਤੇ ਆਖਰੀ ਗੱਲ, ਇਹ ਡੂਮਣੇ ਇਕਾਂਗੀ ਵਿੱਚ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਬਿਆਨ ਕੀਤਾ ਗਿਆ ਆ। ਠੀਕ ਹੈ ਜੀ। ਇਹ ਤੁਸੀਂ ਨੋਟ ਕਰ ਲਵੋ। ਨੋਟ ਕਰਨ ਦੇ ਨਾਲ ਨਾਲ ਆਪਾਂ ਇੱਕ ਜੋ ਸਾਡੇ ਸਾਹਮਣੇ ਕਥਨ ਆਉਂਦਾ ਆ ਉਹ ਪੜ੍ਹਨਾ ਆ। ਤੁਸੀਂ ਨੋਟ ਕਰੋ ਜੀ। ਪਹਿਲਾ ਹਵਾਲਾ, ਪੰਜਾਬੀ ਦੁਨੀਆ ਮਈ ਜੂਨ
1951 ਦੇ ਰਸਾਲੇ ਦੇ ਵਿੱਚ ਪ੍ਰੋਫੈਸਰ ਈਸ਼ਵਰ ਚੰਦਰ ਨੰਦਾ ਜੀ ਦਾ ਰੇਖਾ ਚਿੱਤਰ ਵਾ, ਉਹਦੇ ਵਿੱਚੋਂ ਕੁਝ ਲਾਈਨਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ, ਹੂਬਹੂ ਨੋਟ ਕਰ ਲਿਓ। ਲਿਖਦੇ ਨੇ ਜੀ ਰੇਖਾ ਚਿੱਤਰ ਦੇ ਵਿੱਚ, ਈਸ਼ਵਰ ਚੰਦਰ ਨੰਦਾ ਠੇਠ ਪੰਜਾਬੀ ਸੀ। ਉਸਨੇ ਆਪਣੀ ਮਾਤਾ ਨੂੰ ਚੌਲ ਛੱਟਦਿਆਂ ਅਤੇ ਚੱਕੀ ਪੀਂਦਿਆਂ ਤੱਕਿਆ ਸੀ। ਆਪਣੀ ਉਪਜੀਵਿਕਾ ਮਤਲਬ ਰੋਜ਼ੀ ਰੋਟੀ, ਆਪਣੀ ਉਪਜੀਵਿਕਾ ਲਈ ਨੰਦਾ ਨੇ ਕਿਸੇ ਦੇ ਘਰ ਆਪਣੇ ਹੱਥੀਂ ਭਾਂਡੇ ਮਾਂਜੇ ਅਤੇ ਬਾਜ਼ਾਰ ਵਿੱਚ ਛਾਬੜੀ ਵੀ ਲਾਈ। ਉਸਨੇ ਬਚਪਨ ਵਿੱਚ ਅਤ ਦੀ ਗਰੀਬੀ ਦੇਖੀ, ਪਰੰਤੂ ਵੱਡਿਆਂ ਹੋ ਕੇ ਪੂਰੀ ਸ਼ੌਕੀਨੀ ਵੀ ਮਾਣੀ। ਵਲਾਇਤਾਂ ਵਿੱਚ ਫਿਰ ਕੇ ਰੰਗਾ ਰੰਗ ਦੀ ਦੁਨੀਆ ਦੇਖੀ। ਇਹ ਉਸ ਦੇ ਜੀਵਨ ਦੇ ਮੌਕੇ ਸਨ, ਤਜਰਬਿਆਂ ਦੇ ਪੜਾਅ ਸਨ, ਜਿਨ੍ਹਾਂ ਰਾਹੀਂ ਉਸਨੇ ਪੰਜਾਬ ਅਤੇ ਪੰਜਾਬੀਆਂ ਦੇ ਜੀਵਨ ਨੂੰ ਨੇੜੇ ਹੋ ਕੇ ਵੇਖਿਆ। ਡਬਲ ਕੌਮਿਆਂ ਦੇ ਵਿੱਚ ਇਹਨੂੰ ਤੁਸੀਂ ਨੋਟ ਕਰ ਸਕਦੇ ਹੋ। ਪੰਜਾਬੀ ਦੁਨੀਆ ਦੇ ਅੰਕ ਮਈ ਜੂਨ ਜੋ 1951 ਵਿੱਚ ਛਪਿਆ ਸੀ, ਉਹਦੇ ਵਿੱਚ ਇਹ ਜਿਹੜਾ ਕਥਨ ਦਰਜ ਸੀ। ਠੀਕ ਹੈ ਜੀ, ਅਤੇ ਮੈਨੂੰ ਪੂਰਾ ਯਕੀਨ ਆ ਕਿ ਤੁਹਾਨੂੰ ਇਹ ਲੈਕਚਰ ਜਿਹੜਾ ਆ ਬਹੁਤ ਹੀ ਚੰਗਾ ਲੱਗਿਆ ਹੋਊਗਾ। ਇਹਦੇ ਵਿੱਚੋਂ ਬਹੁਤ ਕੁਝ ਤੁਸੀਂ ਨਵਾਂ ਸਿੱਖਣ ਨੂੰ ਤੇ ਨੋਟ ਵੀ ਕੀਤਾ ਹੋਊਗਾ, ਇਹ ਵੀ ਯਕੀਨ ਕਰਦਾ ਹਾਂ। ਅਤੇ ਅਗਲੀ ਗੱਲ, ਤੁਸੀਂ ਇਹਨੂੰ ਸ਼ੇਅਰ ਵੀ ਕਰੋਗੇ, ਆਪਣੇ ਸਾਰਥਕ ਕਮੈਂਟ ਵੀ ਦਿਓਗੇ, ਅਤੇ ਆਪਣੇ ਹੋਰ ਸੰਗੀਆਂ ਸਾਥੀਆਂ ਨੂੰ LDD TV ਨਾਲ ਜੋੜਨ ਦੇ ਲਈ ਜੋ ਉਪਰਾਲਾ ਆਪਾਂ ਵਧੀਆ ਕਰ ਰਹੇ ਹਾਂ, ਉਸ ਉਪਰਾਲੇ ਦੇ ਨਾਲ ਜੁੜਨ ਦੇ ਲਈ ਉਤਸ਼ਾਹਿਤ ਕਰੋਗੇ, ਸੁਚੇਤ ਕਰੋਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।